ਸਤਿ ਸ਼੍ਰੀ ਅਕਾਲ ਦੋਸਤੋ। ਚੈਨਲ ਕਲਮਾਂ ਦੇ ਦੇਸੋ ਦੀ ਜਾਣਿਬ ਤੋਂ ਕਿਤਾਬ ਦਸਤਾਵੇਜ਼ ਦਾ ਅਗਲਾ ਭਾਗ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। 1967 ਵਿੱਚ ਅੰਮ੍ਰਿਤਾ ਦੇ ਯੂਗੋਸਲਾਵੀਆ, ਹੰਗਰੀ, ਰੋਮਾਨੀਆ, ਜਰਮਨੀ ਤੇ ਤਹਿਰਾਨ ਤੋਂ ਲਿਖੇ ਖੱਤ। ਮੇਰੇ ਜੀਤੀ, ਜੋ ਤਜਰਬਾ ਇਸ ਵਾਰ ਯੂਰਪ ਨੂੰ ਦੇਖਣ ਦਾ ਹੈ ਉਹ ਬਿਲਕੁਲ ਨਵਾਂ ਹੈ, ਅਜੀਬ ਵੀ। ਕੱਲ੍ਹ ਸ਼ਾਮ 6 ਵਜੇ ਦੁਬਰੋਵਨਿਕ ਪਹੁੰਚੀ ਸਾਂ। ਉਸ ਵੇਲੇ ਹਿੰਦੁਸਤਾਨ ਵਿੱਚ ਰਾਤ ਦੇ 10:30 ਵਜੇ ਹੋਣਗੇ। ਅੱਧਾ ਘੰਟਾ ਏਅਰਪੋਰਟ 'ਤੇ ਸਮਾਨ ਲੈਣ ਵਿੱਚ ਲੱਗ ਪਿਆ, ਹੋਰ 1 ਘੰਟਾ ਹੋਟਲ ਤੱਕ ਪਹੁੰਚਣ ਵਿੱਚ। ਥਕਾਵਟ ਤੇ ਨੀਂਦਰ ਨਾਲ ਬੇਸੁਰਤ ਜਿਹੀ ਸਾਂ। ਆਉਂਦਿਆਂ ਸਾਰ ਸੌਂ ਗਈ। ਸਵੇਰੇ ਉੱਠ ਕੇ 6 ਵਜੇ ਰੈਸਟੋਰੈਂਟ ਵਿੱਚੋਂ ਚਾਹ ਮੰਗਵਾਈ। ਹੋਟਲ ਅਸਲੋਂ ਸਮੁੰਦਰ ਦੇ ਕੰਢੇ ਉੱਤੇ ਹੈ, ਸੋ ਵਰਾਂਡੇ ਵਿੱਚ ਬਹਿ ਕੇ ਚਾਹ ਪੀਤੀ। 9:30 ਵਜੇ ਇੱਕ ਲੜਕੀ ਆਈ, ਦਫ਼ਤਰ ਵਿੱਚ ਲੈ ਗਈ। ਉੱਥੇ ਜਾ ਕੇ ਪਤਾ ਲੱਗਾ ਕਿ ਉਹ ਸਿਰਫ ਹੋਟਲ ਦਾ ਕਮਰਾ ਦਿੰਦੇ ਹਨ, ਰੋਟੀ ਆਪਣੇ ਕੋਲੋਂ ਖਾਣੀ ਹੁੰਦੀ ਹੈ, ਜਿਹਦੇ ਲਈ ਉਹ ਰੋਜ਼ ਦੇ 7,000 ਦਿਨਾਰ ਦਿੰਦੇ ਹਨ। ਪਰ ਉਹ ਚੰਗੇ ਹੋਟਲ ਵਿੱਚ ਖਾਣ ਲਈ ਕਾਫੀ ਨਹੀਂ ਹੁੰਦੇ। ਉਹਨਾਂ ਸਲਾਹ ਦਿੱਤੀ ਕਿ ਰੋਟੀ ਮੈਂ ਬਾਜ਼ਾਰ ਦੇ ਸਸਤੇ ਹੋਟਲਾਂ ਵਿੱਚੋਂ ਖਾ ਲਿਆ ਕਰਾਂ। ਇਹ ਬਾਜ਼ਾਰ ਮੇਰੇ ਹੋਟਲ ਤੋਂ ਕਾਫੀ ਦੂਰ ਹੈ। ਇੱਕ ਬੀਅਰ ਦੀ ਕੀਮਤ 300 ਦਿਨਾਰ ਹੈ। ਸਿਗਰਟ ਦਾ ਪੈਕੇਟ ਵੀ 300 ਦਿਨਾਰ ਦਾ ਆਉਂਦਾ ਹੈ ਤੇ ਅਮਰੀਕਨ ਸਿਗਰਟ ਦਾ 850 ਦਿਨਾਰ ਦਾ। ਆਪਣੇ ਹੋਟਲ ਵਾਪਸ ਆ ਕੇ ਮੁੜ ਕੇ ਬਾਜ਼ਾਰ ਜਾਣ ਦੀ ਹਿੰਮਤ ਨਹੀਂ ਪੈ ਰਹੀ। ਬਹੁਤ ਗਰਮੀ ਹੈ। ਸ਼ਾਮ ਨੂੰ ਇੱਕ ਗਾਈਡ ਆਵੇਗਾ ਕੁਝ ਥਾਵਾਂ ਵਿਖਾਉਣ ਲਈ। ਉਸ ਵੇਲੇ ਰਾਹ ਵਿੱਚੋਂ ਕੁਝ ਖਾ ਲਵਾਂਗੀ। ਇੱਥੇ ਸ਼ਾਮ ਨੂੰ ਰੋਜ਼ ਰਾਤੀ 9 ਵਜੇ ਨਾਟਕ ਹੁੰਦੇ ਹਨ। ਬਹੁਤ ਟੂਰਿਸਟ ਆਏ ਹੋਏ ਹਨ। ਸਾਰਾ ਦਿਨ ਬੇਦਿੰਗ ਸੂਟ ਪਾ ਕੇ ਸਮੁੰਦਰ ਦੇ ਕੰਢੇ ਬੈਠੇ ਰਹਿੰਦੇ ਹਨ। ਥਾਂ ਬਹੁਤ ਖੂਬਸੂਰਤ ਹੈ, ਪਰ ਮੈਂ ਬਹੁਤ ਇਕੱਲੀ ਮਹਿਸੂਸ ਕਰ ਰਹੀ ਹਾਂ। ਇੱਥੇ ਰੋਜ਼ ਸਾਰਾ ਦਿਨ ਇਕੱਲੀ ਹੋਵਾਂਗੀ। ਸਿਰਫ ਸ਼ਾਮ ਨੂੰ ਕੋਈ 8:30 ਵਜੇ ਆਵੇ ਕਰੇਗਾ, ਜੋ ਰਾਤ ਨੂੰ ਇੱਕ ਨਾਟਕ ਵਿਖਾ ਲਿਆ ਕਰੇਗਾ। ਇਹ ਦਫ਼ਤਰ ਦਾ ਬੰਦੋਬਸਤ ਹੈ, ਪਰ ਦਿਨ ਵੇਲੇ 2-3 ਵਾਰ ਬਾਜ਼ਾਰ ਜਾਣਾ, ਘੁੰਮਣਾ, ਕਿਸੇ ਦੁਕਾਨ ਤੋਂ ਕੁਝ ਖਰੀਦ ਕੇ ਖਾਣਾ, ਇਕੱਲਿਆਂ ਤੇ ਜਿੱਥੇ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ, ਬਹੁਤ ਅਜੀਬ ਲੱਗ ਰਿਹਾ ਹੈ। ਸ਼ਾਮ ਦੇ 6 ਵੱਜ ਗਏ ਹਨ। ਬਹੁਤ ਭੁੱਖ ਲੱਗੀ ਹੋਈ ਹੈ। ਕੋਈ ਰੈਸਟੋਰੈਂਟ ਖੁੱਲ੍ਹਾ ਨਹੀਂ, ਸਾਰੇ 7 ਵਜੇ ਤੋਂ ਬਾਅਦ ਖੁੱਲ੍ਹਦੇ ਹਨ। ਇੱਥੇ ਕੈਫੇ ਵਿੱਚੋਂ ਇੱਕ ਗਲਾਸ ਬੀਅਰ ਤੇ ਇੱਕ ਸੈਂਡਵਿਚ ਖਰੀਦਿਆ, 370 ਦਿਨਾਰ ਦਾ। ਬੀਅਰ ਪੀ ਲਈ। ਸੈਂਡਵਿਚ ਇੰਨਾ ਸਖਤ ਸੀ, ਖਾਧਾ ਨਹੀਂ ਗਿਆ। ਕੰਦਲਾਂ ਦੀਆਂ ਬਣਾਈਆਂ ਹੋਈਆਂ ਭਿੰਡੀਆਂ ਤੇ ਪਨੀਰ ਦੀ ਰੋਟੀ ਬਹੁਤ ਚੇਤੇ ਆ ਰਹੀ ਹੈ। ਅੰਮ੍ਰਿਤਾ, ਹੁਣ ਤੇਰੇ ਨਾਲ ਗੱਲਾਂ ਕਰਦੀ ਪਈ ਸਾਂ ਕਿ ਜਾਗ ਆ ਗਈ। ਇਸ ਲਈ ਜਾਗ ਨੂੰ ਵਿਚਕਾਰੋਂ ਕੱਢਣ ਲਈ ਖੱਤ ਲਿਖਣ ਲੱਗ ਪਈ ਹਾਂ। ਜੀਤੀ, ਇਸ ਵਾਰ ਅਜੀਬ ਤਜਰਬਾ ਹੈ। ਇੱਕ ਗੱਲੋਂ ਚੰਗਾ ਵੀ ਕਿ ਇਕੱਲੀ ਘੁੰਮਦੀ ਮੈਂ ਲੋਕਾਂ ਨੂੰ ਬਹੁਤ ਨੇੜਿਓਂ ਵੇਖ ਸਕਦੀ ਹਾਂ। ਬਾਜ਼ਾਰ ਵਿੱਚ ਲੋਕ ਹੱਥ ਫੜ ਕੇ ਚੀਜ਼ਾਂ ਖਰੀਦਣ ਲਈ ਆਖਦੇ ਹਨ। ਕੱਲ੍ਹ ਇੱਕ ਔਰਤ ਲਾਲ ਰੰਗ ਦੇ ਕਢਾਈ ਵਾਲੇ ਥੈਲੇ ਵੇਚ ਰਹੀ ਸੀ। ਪਿੱਛੇ ਪੈ ਗਈ ਕਿ ਇੱਕ ਜ਼ਰੂਰ ਖਰੀਦਾਂ। ਬਿਲਕੁਲ ਸਧਾਰਨ ਥੈਲਾ ਸੀ। ਮੈਂ ਖਰੀਦਣਾ ਨਹੀਂ ਸੀ, ਪਰ ਕੀਮਤ ਪੁੱਛੀ 6,000 ਦਿਨਾਰ ਸੀ। ਸ਼ਹਿਰ ਦੀ ਮੋਟੀ ਪੱਥਰ ਦੀ ਕੰਧ ਨਾਲ ਢੋਹ ਲਾ ਕੇ ਬੈਠੇ ਹੋਏ ਕੁਝ ਆਰਟਿਸਟ ਆਪਣੀਆਂ ਤਸਵੀਰਾਂ ਵਿਖਾਉਂਦੇ ਹਨ। ਖਰੀਦਦਾ ਕੋਈ ਨਹੀਂ। ਬਾਰ-ਬਾਰ ਤੇਰਾ ਖਿਆਲ ਆਉਂਦਾ ਹੈ। ਆਰਟਿਸਟਾਂ ਦੀ ਜ਼ਿੰਦਗੀ ਦੀ ਘਾਲਣਾ ਹਰ ਥਾਂ ਬੜੀ ਸਖਤ ਹੈ। ਆਮ ਲੋਕਾਂ ਨੂੰ ਰੋਜ਼ ਦੇ ਕੋਈ 2,000 ਦਿਨਾਰ ਮਿਲਦੇ ਹਨ, ਪਰ ਜਿਹਦੇ ਨਾਲ ਪੂਰੀ ਰੋਟੀ ਨਹੀਂ ਖਾਧੀ ਜਾ ਸਕਦੀ। ਮੈਂ ਸ਼ਾਮ ਨੂੰ ਇੱਕ ਆਮਲੇਟ ਤੇ ਇੱਕ ਸਲਾਈਸ ਖਾਧਾ, 1,100 ਦਿਨਾਰ ਦਾ। ਬਹੁਤ ਚੰਗਾ ਲੱਗਦਾ ਜੇ ਤੂੰ ਮੇਰੇ ਨਾਲ ਹੁੰਦਾ। ਅਸੀਂ ਚੁੱਪ-ਚਾਪ ਸਮੁੰਦਰ ਦੀਆਂ ਛੱਲਾਂ ਵੇਖਦੇ ਰਹਿੰਦੇ। ਮੈਂ ਵਰਾਂਡੇ ਵਿੱਚ ਖਲੋ ਕੇ ਕਦੇ ਜਹਾਜ਼ਾਂ ਦੇ ਵਾਦਵਾਨ ਵੇਖਦੀ ਹਾਂ, ਕਦੇ ਕਮਰੇ ਵਿੱਚ ਆ ਕੇ ਹੈਨਰੀ ਮਿਲਰ ਪੜ੍ਹਨ ਲੱਗ ਪੈਂਦੀ ਹਾਂ। Perhaps it is the death instincts in me. The life instincts are converted into death instincts. ਇੱਕ ਅਹਿਸਾਸ ਜਿਹਾ ਹੈ ਕਿ ਜ਼ਿੰਦਗੀ ਦੇ ਬਹੁਤ ਥੋੜ੍ਹੇ ਦਿਨ ਬਾਕੀ ਹਨ। ਫਿਰ ਉਹ ਥੋੜ੍ਹੇ ਦਿਨ ਵੀ ਤੇਰੇ ਬਗੈਰ ਕਿਉਂ? ਇਕੱਲਤਾ ਨੂੰ ਮੈਂ ਅੱਗੇ ਹਮੇਸ਼ਾ ਇੱਕ ਤਰਲ ਚੀਜ਼ ਵਾਂਗ ਮਹਿਸੂਸ ਕੀਤਾ ਹੈ।
ਪਿੰਡੇ ਵਿੱਚੋਂ ਆਉਂਦੇ ਮੁੜਕੇ ਵਾਂਗ, ਜਿਹਨੂੰ ਰੁਮਾਲ ਨਾਲ ਪੂੰਝਿਆ ਜਾ ਸਕਦਾ ਹੈ। ਇਸ ਤਰ੍ਹਾਂ ਠੋਸ ਚੀਜ਼ਾਂ ਵਾਂਗ ਕਦੇ ਨਹੀਂ ਸੀ ਮਹਿਸੂਸ ਕੀਤਾ। ਇਹ ਆਪਣੇ ਹੀ ਜਿਸਮ ਉੱਤੇ ਉੱਭਰੇ ਹੋਏ ਗੜੁੰਮ ਵਾਂਗ ਹੈ, ਜਿਹਨੂੰ ਮੁੜ-ਮੁੜ ਹੱਥਾਂ ਨਾਲ ਟੋਇਆ ਵੀ ਜਾ ਸਕਦਾ ਹੈ ਤੇ ਜਿਹਦਾ ਭਾਰ ਚੁੱਕ ਕੇ ਤੁਰਨਾ ਹੁੰਦਾ ਹੈ। ਮਾਜਾ। ਸੁਣਨ ਲਈ ਧੰਨਵਾਦ। ਅਗਲੇ ਖੱਤ ਲੈ ਕੇ ਜਲਦ ਹੀ ਤੁਹਾਡੇ ਰੂਬਰੂ ਹੋਵਾਂਗੇ।